आम आदमी पार्टी ਨੂੰ अलविदा कह के बीजेपी ज्वाइन की है शिमले में जाके। ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲ ਕਰਦੇ ਹਾਂ ਕੁਲਵਿੰਦਰ ਸਿੰਘ ਬਾਠ ਜੀ ਤੇ ਪੁੱਛਦੇ ਹਾਂ ਕਿ ਜਿਹੜੇ ਹਿਮਾਚਲ ਵਿੱਚ ਵਿਧਾਨ ਸਭਾ ਇਲੈਕਸ਼ਨ ਹੋ ਰਹੇ ਆ ਉਸ ਦੇ ਬਾਰੇ ਉਹਨਾਂ ਦਾ ਕੀ ਕਹਿਣਾ ਹੈ। ਬਾਠ ਜੀ ਤੁਹਾਡਾ ਸਵਾਗਤ ਹੈ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਜੀ। ਸਰ ਇਹ ਹਿਮਾਚਲ ਵਿੱਚ ਇਲੈਕਸ਼ਨ ਚੱਲ ਰਹੀ ਹੈ, ਤੁਸੀਂ ਇਸ ਹਿਸਾਬ ਨੂੰ ਕਿਸ ਹਿਸਾਬ ਨਾਲ ਦੇਖਦੇ ਹੋ ਕਿ ਬੀਜੇਪੀ ਇਸ ਵਾਰੀ ਫਿਰ ਰਿਪੀਟ ਕਰੇਗੀ? ਦੇਖੋ, ਜਿੱਥੋਂ ਤੱਕ ਪਹਿਲਾਂ ਤਾਂ ਮੈਂ ਗੱਲ ਤੁਹਾਨੂੰ ਸਪਸ਼ਟ ਕਰ ਦੇਵਾਂ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ 12 ਤਰੀਕ ਨੂੰ ਜਿਹੜੀਆਂ ਚੋਣਾਂ ਹੋ ਰਹੀਆਂ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਜੋ ਲੋਕਾਂ ਦਾ ਰੁਝਾਨ ਹੈ, ਲੋਕਾਂ ਨੂੰ ਲੱਗਿਆ ਸੀਗਾ ਕਿ ਸ਼ਾਇਦ ਆਮ ਆਦਮੀ ਪਾਰਟੀ, ਪਹਿਲਾਂ ਮੈਂ ਸਪਸ਼ਟ ਕਰ ਦੇਵਾਂ ਕਿ ਮੈਂ ਰਿਜ਼ਾਈਨ ਦਿੱਤਾ, ਲੋਕਾਂ ਨੂੰ ਲੱਗਿਆ ਸੀਗਾ ਕਿ ਸ਼ਾਇਦ ਜਿਸ ਤਰੀਕੇ ਦੇ ਲੁਭਾਵਨੇ ਵਾਅਦੇ ਪੰਜਾਬ ਦੇ ਵਿੱਚ ਕੀਤੇ ਸੀਗੇ ਔਰ ਬਦਲਾਅ ਦੀ ਗੱਲ ਕਰਦੇ ਸੀਗੇ ਕਿ ਲੋਕਾਂ ਨੂੰ ਸ਼ਾਇਦ ਇੱਕ ਨਵਾਂ ਪੰਜਾਬ ਦੇਖਣ ਨੂੰ ਮਿਲੂਗਾ। ਲੇਕਿਨ ਜੇ ਮੈਂ ਕਹਾਂ ਕਿ ਢਾਕ ਕੇ ਤੀਨ ਪਾਤ ਜਿਹੜੀ ਕਹਾਵਤ ਹੈ ਉਹ ਪੰਜਾਬ ਦੇ ਵਿੱਚ ਵੀ ਇਹੀ ਸਿੱਧ ਕਰਦੀ ਹੈ ਕਿ ਜਿਸ ਤਰੀਕੇ ਪੰਜਾਬ ਦੇ ਲੋਕਾਂ ਦੇ ਨਾਲ ਝੂਠੇ ਵਾਅਦੇ ਕੀਤੇ। ਔਰ ਜੇ ਮੈਂ ਕਹਾਂ ਪਿਛਲੇ 3-4 ਮਹੀਨਿਆਂ ਤੋਂ ਹਿਮਾਚਲ ਦੇ ਵਿੱਚ ਆਮ ਆਦਮੀ ਪਾਰਟੀ ਨਾਂ ਦਾ ਨਾ ਤਾਂ ਕੋਈ ਸੰਗਠਨ ਰਿਹਾ ਔਰ ਨਾ ਹੀ ਉੱਥੇ ਜਿਹੜੇ ਵਰਕਰ ਹੈ ਉਹ ਰਹੇ, ਕਿਉਂਕਿ ਵਰਕਰਾਂ ਦੇ ਵਿੱਚ ਜਿਹੜੀ ਰਹੀ ਹੋਈ ਕਸਰ ਸੀਗੀ ਉਹ ਜਦੋਂ ਟਿਕਟਾਂ ਦੀ ਵੰਡ ਹੋਈ ਉਦੋਂ ਪੂਰੀ ਹੋ ਗਈ, ਕਿਉਂਕਿ ਟਿਕਟਾਂ ਪੈਸੇ ਲੈ ਕੇ ਵੰਡੀਆਂ ਗਈਆਂ। ਟਿਕਟਾਂ ਦੇ ਵਿੱਚ ਜਿਹੜੇ ਪੁਰਾਣੇ ਵਰਕਰ ਸੀ ਉਹਨਾਂ ਨੂੰ ਇਗਨੋਰ ਕੀਤਾ ਗਿਆ। ਔਰ ਜੇ ਮੈਂ ਅੱਜ ਕਹਾਂ ਕਿਤੇ ਵੀ ਭਾਰਤੀ ਜਨਤਾ ਪਾਰਟੀ ਔਰ ਕਾਂਗਰਸ ਜਿਹੜੀਆਂ ਦੋ ਮੁੱਖ ਪਾਰਟੀਆਂ ਉੱਥੇ ਰਵਾਇਤੀ ਪਾਰਟੀਆਂ ਪਹਿਲਾਂ ਤੋਂ ਲੜਦੀਆਂ ਆ ਰਹੀਆਂ ਹੈ, ਆਮ ਆਦਮੀ ਪਾਰਟੀ ਨਾਂ ਦਾ ਕਿਤੇ ਵੀ ਕੋਈ ਜਿਹੜਾ ਲੋਕਾਂ ਦੇ ਵਿੱਚ ਨਾ ਤਾਂ ਕੋਈ ਉਤਸ਼ਾਹ ਹੈ ਤੇ ਨਾ ਪਾਰਟੀ ਨੂੰ ਕਿਤੇ ਕੋਈ ਬਹੁਤ ਵੱਡਾ ਜਨ ਸਮਰਥਨ ਮਿਲ ਰਿਹਾ। ਜੇ ਮੈਂ ਇਹ ਕਹਾਂ ਕਿ ਕੇਵਲ ਨਾਮ ਰੱਖਣ ਵਾਸਤੇ ਆਮ ਆਦਮੀ ਪਾਰਟੀ ਅੱਜ ਹਿਮਾਚਲ ਦੇ ਵਿੱਚ ਇੱਕ ਦਿਖਾਵਾ ਕਰਨ ਵਾਸਤੇ ਇਲੈਕਸ਼ਨ ਲੜਦੀ ਪਈ ਹੈ, ਲੋਕਾਂ ਦਾ ਜਿਹੜਾ ਸਮਰਥਨ ਹੈ ਉਹ ਅੱਜ ਦੀ ਡੇਟ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਪੱਖ ਦੇ ਵਿੱਚ ਹੈ ਕਿ ਜੋ ਉਹਨਾਂ ਨੇ ਕੰਮ ਕੀਤੇ ਹੈ ਜਾਂ ਜੋ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਜੋ ਦੇਸ਼ ਦੇ ਵਿਕਾਸ ਨੂੰ ਉਹਨਾਂ ਨੇ ਅੱਗੇ ਤੋਰਿਆ ਹੈ। ਔਰ ਮੈਂ ਇਹ ਨਹੀਂ ਕਹਿੰਦਾ ਵਿਕਾਸ ਤਾਂ ਚਲੋ ਜਿਹੜੀਆਂ ਵੀ ਸਰਕਾਰਾਂ ਰਹਿੰਦੀਆਂ ਉਹ ਦਿਖਾਵੇ ਦੇ ਤੌਰ 'ਤੇ ਉਨੀ ਵੀ ਕਰਦੀਆਂ, ਲੇਕਿਨ ਜਿਸ ਤਰੀਕੇ ਦੇ ਕੰਮ ਹੋਏ ਆ ਹਿਮਾਚਲ ਦੇ ਵਿੱਚ, ਜਿਹੜਾ ਏਮਸ ਦਿੱਤਾ ਹੈ ਨਰਿੰਦਰ ਮੋਦੀ ਜੀ ਨੇ ਬਿਲਾਸਪੁਰ ਦੇ ਜ਼ਿਲ੍ਹੇ ਦੇ ਵਿੱਚ, ਔਰ ਬਹੁਤ ਸਾਰੀਆਂ ਸਮੱਸਿਆਵਾਂ ਮੈਂ ਇਹ ਵੀ ਕਹਾਂਗਾ ਕਿ ਹਲੇ ਆਉਣ ਵਾਲੇ ਸਮੇਂ ਦੇ ਵਿੱਚ ਰਹਿੰਦੀਆਂ ਵੀ ਹੋਣਗੀਆਂ ਜਿਨ੍ਹਾਂ ਦਾ ਹੱਲ ਹੋਊਗਾ, ਕਿਉਂਕਿ ਦੇਸ਼ ਦੀ ਜਿਹੜੀ ਅਰਥ ਵਿਵਸਥਾ ਹੈ ਉਹ ਦਿਨ ਪਰ ਦਿਨ ਬਿਹਤਰ ਹੋਣ ਵੱਲ ਪਲਾਂਘਾਂ ਜਿਹੜੀਆਂ ਪੱਟਦੀ ਪਈ ਹੈ। ਔਰ ਜਦੋਂ ਤੱਕ ਪੂਰੀ ਤਰ੍ਹਾਂ ਅਰਥ ਵਿਵਸਥਾ ਜਿਹੜੀ ਹੈ ਉਹ ਸੁਧਰ ਨਾ ਜਾਵੇ ਉਦੋਂ ਤੱਕ ਜਿਹੜਾ ਪੂਰਨ ਵਿਕਾਸ ਹੈ ਆਪਾਂ ਉਹਦੀ ਅਗਰ ਗੱਲ ਕਰੀਏ ਤੇ ਉਹ ਥੋੜਾ ਜਿਹਾ ਦਿੱਕਤ ਜ਼ਰੂਰ ਉਹ ਚਾਹੁੰਦੀ ਹੈ। ਜੀ ਸਰ, ਇਸ ਵਾਰੀ ਜਿੱਦਾਂ ਵਿਧਾਨ ਸਭਾ ਚੋਣਾਂ ਆ ਰਹੀਆਂ ਹਿਮਾਚਲ ਦੀਆਂ, ਇਸ ਵਾਰੀ ਆਮ ਆਦਮੀ ਪਾਰਟੀ ਨੇ ਵੀ ਹਿਮਾਚਲ ਵੱਲ ਰੁਖ ਕੀਤਾ ਹੈ, ਤੁਸੀਂ ਕਿਸ ਹਿਸਾਬ ਨਾਲ ਦੇਖਦੇ ਹੋ ਵੀ ਬੀਜੇਪੀ ਦਾ ਜਿਹੜਾ ਮੇਨ ਜਿਹੜਾ ਫਾਈਟ ਹੈ ਕਿਸ ਪਾਰਟੀ ਨਾਲ ਹੋ ਸਕਦੀ ਹੈ? ਦੇਖੋ, ਦੋ ਰਵਾਇਤੀ ਪਾਰਟੀਆਂ ਜਿਹੜੀਆਂ ਹੈਗੀਆਂ ਉਹਨਾਂ ਦਾ ਕਹਿਣ ਨੂੰ ਮੁਕਾਬਲਾ ਆਪਾਂ ਜ਼ਰੂਰ ਕਹਿ ਸਕਦੇ ਹਾਂ, ਲੇਕਿਨ ਕਾਂਗਰਸ ਜਿਹੜੀ ਆ ਉਹ ਬਹੁਤ ਭਾਰਤੀ ਜਨਤਾ ਪਾਰਟੀ ਦੇ ਨਾਲੋਂ ਬਹੁਤ ਪਿੱਛੇ ਹੈਗੀ ਆ। ਔਰ ਦੂਸਰੀ ਗੱਲ ਜਿਹੜੀ ਮੈਂ ਤੁਹਾਨੂੰ ਕਹਿਣੀ ਚਾਹੁੰਦਾ, ਆਮ ਆਦਮੀ ਪਾਰਟੀ ਦਾ ਆਪਾਂ ਬਾਰ-ਬਾਰ ਜ਼ਿਕਰ ਕਰਦੇ ਹਾਂ, ਮੈਂ ਅੱਜ ਤੁਹਾਡੇ ਚੈਨਲ ਤੇ ਇਹ ਗੱਲ ਕਹਿ ਰਿਹਾ ਕਿ ਆਮ ਆਦਮੀ ਪਾਰਟੀ ਖਾਤਾ ਵੀ ਸ਼ਾਇਦ ਇੱਥੇ ਨਾ ਖੋਲ੍ਹ ਸਕੇ, ਇੱਕ ਵੀ ਸੀਟ ਜਿਹੜੀ ਹੈ ਉਹ ਇੱਥੇ ਉਹਨਾਂ ਦੀ ਕਿਤੇ ਨਜ਼ਰ ਨਹੀਂ ਆਉਂਦੀ ਪਈ ਉਹ ਜਿੱਤਦੇ ਹੋਏ। ਔਰ ਬਲਕਿ ਜੇ ਮੈਂ ਤੁਹਾਨੂੰ ਇਹ ਕਹਾਂ, ਮੈਂ ਤੁਹਾਡੇ ਕੈਮਰੇ ਤੇ ਗੱਲ ਕਹਿ ਰਿਹਾ ਕਿ ਜਿਹੜੇ ਲੋਕਾਂ ਨੂੰ ਟਿਕਟਾਂ ਦਿੱਤੀਆਂ ਹੈ ਉਹ ਲੋਕਾਂ ਨੇ ਟਿਕਟਾਂ ਲੈ ਕੇ ਅੱਜ ਲੋਕ ਛਛੋ ਪੰਚ ਪਏ ਹੋਏ ਆ। ਕਿਤੇ ਐਦਾਂ ਨਾ ਹੋਵੇ ਕਿ 12 ਤਰੀਕ ਤੋਂ ਪਹਿਲਾਂ 4-5 ਕੈਂਡੀਡੇਟ ਜਿਹੜੇ ਹੈ ਉਹਨਾਂ ਦੇ ਬੈਠ ਜਾਣ, ਕਿਉਂਕਿ ਉਹਨਾਂ ਦੇ ਵਿੱਚ ਜਿਹੜਾ ਅਭਾਵ ਹੈ, ਇੱਕ ਤਾਂ ਉਹਨਾਂ ਨੂੰ ਕਿਤੇ ਕੋਈ ਤਜਰਬਾ ਹੈ ਨਹੀਂ, ਦੂਜੀ ਗੱਲ ਇਹ ਹੈ ਫਾਈਨੈਂਸ਼ਲੀ ਵੀ ਉਹ ਲੋਕ ਇਸ ਉਮੀਦ ਨਾਲ ਉਤਰੇ ਸੀ ਕਿ ਸ਼ਾਇਦ ਸਾਨੂੰ ਪਾਰਟੀ ਨੇ ਇਲੈਕਸ਼ਨ ਲੜਾਉਣਾ। ਪਾਰਟੀ ਨੇ ਉਹਨਾਂ ਨੂੰ ਤਾਂ ਕੀ ਇਲੈਕਸ਼ਨ ਲੜਾਉਣਾ, ਉਲਟਾ 15-15 ਲੱਖ ਰੁਪਈਆ ਇੱਕ ਕੈਂਡੀਡੇਟ ਤੋਂ ਮੰਗਿਆ ਜਾ ਰਿਹਾ ਕਿ ਜੇ ਤੁਸੀਂ ਅਰਵਿੰਦ ਕੇਜਰੀਵਾਲ ਦੀ ਰੈਲੀ ਕਰਾਉਣੀ ਹੈ ਜਾਂ ਭਗਵੰਤ ਮਾਨ ਦੀ ਰੈਲੀ ਕਰਾਉਣੀ ਹੈ ਤੇ ਪਹਿਲਾਂ 15 ਲੱਖ ਰੁਪਈਆ ਦਿਓ। ਸੋ ਇਹਨਾਂ ਹਾਲਾਤਾਂ ਦੇ ਵਿੱਚ ਪਾਰਟੀ ਦਾ ਖਾਤਾ ਤੱਕ ਨਹੀਂ ਖੁੱਲ੍ਹਣਾ। ਔਰ ਮੈਂ ਤੁਹਾਡੇ ਚੈਨਲ ਤੇ ਚੈਲੰਜ ਕਰ ਰਿਹਾ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਹਿਮਾਚਲ ਦੇ ਵਿੱਚ ਇੱਕ ਵੀ ਸੀਟ ਜਿਹੜੀਆਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਨਹੀਂ ਜਿੱਤ ਸਕੇਗੀ। ਦੇਖਿਆ ਗਿਆ ਜੀ ਹਿਮਾਚਲ ਇਲੈਕਸ਼ਨ ਨੂੰ ਲੈ ਕੇ ਬੀਜੇਪੀ ਨੇ ਵੀ ਪੂਰਾ ਜ਼ੋਰ ਲਗਾਇਆ ਹੈ, ਪੂਰੀ ਹਾਈ ਕਮਾਨ ਦੇ ਜਿੰਨੇ ਵੀ ਲੀਡਰ ਹੈਗੇ ਸੈਂਟਰ ਦੇ ਸਾਰੇ ਹਿਮਾਚਲ ਵੱਲ ਰੁਖ ਕੀਤਾ ਗਿਆ ਹੋਇਆ ਹੈ। ਮੇਰਾ ਲੰਬਾ ਜੀਵਨ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਬੀਤਿਆ, ਪਰ ਭਾਰਤੀ ਜਨਤਾ ਪਾਰਟੀ ਨੇ ਬਹੁਤ ਵੱਡਾ ਮਾਨ ਸਨਮਾਨ ਵੀ ਦਿੱਤਾ ਹਮੇਸ਼ਾ। ਠੀਕ ਹੈ ਕਿ ਕਿਸਾਨ ਅੰਦੋਲਨ ਦੇ ਵਿੱਚ ਅਸੀਂ ਥੋੜ੍ਹੀਆਂ ਜੀਆਂ ਕਿਉਂਕਿ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਸੀ, ਸਾਡੇ ਸੈਂਟੀਮੈਂਟ ਸੀਗੇ, ਲੇਕਿਨ ਮੈਂ ਅੱਜ ਇੱਕ ਗੱਲ ਕਹਿ ਸਕਦਾ ਕਿ ਦੇਸ਼ ਦੇ ਵਿਕਾਸ ਦੇ ਵਿੱਚ ਜਿਸ ਤਰੀਕੇ ਦੀਆਂ ਪਲਾਂਘਾਂ ਪੱਟੀਆਂ ਜਾ ਰਹੀਆਂ, ਚਾਹੇ ਉਹ ਤੁਸੀਂ ਗੱਲ ਕਹੀ ਜੋਸ਼ ਦੀ, ਭਾਰਤੀ ਜਨਤਾ ਪਾਰਟੀ ਵਰਗਾ ਸੰਗਠਨ
ਇਸ ਦੇਸ਼ ਦੀ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਵਿੱਚ ਨਹੀਂ ਹੈ। ਇਹ ਮੈਂ ਤੁਹਾਡੇ ਕੈਮਰੇ ਤੇ ਕਹਿਣਾ, ਔਰ ਪਹਿਲੇ ਵੀ ਕਹਿੰਦਾ ਸੀ, ਅੱਜ ਵੀ ਕਹਿਣਾ ਕਿ ਜਿੱਥੇ ਸੰਗਠਨ ਉਸ ਤਰੀਕੇ ਦਾ ਕਿਸੇ ਪਾਰਟੀ ਦੇ ਕੋਲ ਨਹੀਂ ਹੈ। ਦੂਸਰੀ ਗੱਲ, ਉਸ ਸੰਗਠਨ ਵਰਗਾ ਪ੍ਰੋਟੋਕਾਲ ਕਿਸੇ ਦੇ ਕੋਲ ਨਹੀਂ ਹੈ ਜਿਸ ਤਰੀਕੇ ਉੱਥੇ ਪ੍ਰੋਟੋਕਾਲ ਨੂੰ ਫੋਲੋ ਕੀਤਾ ਜਾਂਦਾ ਹੈ, ਔਰ ਜਿਸ ਤਰੀਕੇ ਡੈਮੋਕ੍ਰੇਸੀ ਪਾਰਟੀ ਦੇ ਵਿੱਚ ਹੈਗੀ ਆ। ਮੈਂ ਦੇਖਿਆ ਕਿ ਆਮ ਆਦਮੀ ਪਾਰਟੀ ਤਾਂ ਡਿਕਟੇਟਰਸ਼ਿਪ ਦੇ ਤਰੀਕੇ ਦੇ ਨਾਲ ਇੱਕ ਬੰਦਾ ਵਨ ਮੈਨ ਸ਼ੋ, ਇੱਕ ਕਹਾਵਤ ਦੂਸਰੀ ਹੈਗੀ ਅਲੀ ਬਾਬਾ 40 ਚੋਰ, ਪਰ ਇੱਥੇ ਤਾਂ 40 ਚੋਰ ਵੀ ਨਾਲ ਨਹੀਂ ਹੈ। ਜਿਹੜੇ ਚੋਰ ਹੈ ਉਹ ਵੀ 5 ਜਾਂ 7 ਕੇਵਲ ਚੋਰ ਨਾਲ ਹੈ, ਔਰ ਅਲੀ ਬਾਬਾ ਔਰ ਉਹ 5-4 ਚੋਰ ਜਿਹੜੇ ਉਹ ਪਾਰਟੀ ਨੂੰ ਚਲਾ ਰਹੇ ਆ, ਔਰ ਲੋਕਾਂ ਦੀਆਂ ਭਾਵਨਾਵਾਂ ਨਾਲ ਝੂਠੇ ਵਾਅਦੇ ਕਰਕੇ ਖੇਡਦੇ ਪਏ ਆ। ਪੰਜਾਬ ਦੇ ਮੈਂ ਤੁਹਾਡੇ ਸਾਹਮਣੇ ਜਿਹੜੇ ਵਾਅਦੇ ਕੀਤੇ ਸੀ, ਕਦੋਂ ਵਾਅਦਾ ਕੀਤਾ ਸੀਗਾ ਕਿ ਅਸੀਂ ਜਿਹੜੀ ਬਿਜਲੀ ਹੈ ਉਹ ਸ਼ਰਤਾਂ ਦੇ ਨਾਲ ਦੇਵਾਂਗੇ, 600 ਯੂਨਿਟ ਪ੍ਰਤੇਕ ਘਰ ਕੋ ਦੇਂਗੇ, ਇਹ ਕੇਜਰੀਵਾਲ ਕਹਿੰਦਾ ਸੀ, ਭਗਵੰਤ ਮਾਨ ਕਹਿੰਦਾ ਸੀਗਾ। ਪ੍ਰਤੇਕ ਮਹਿਲਾ ਕੋ 1000 ਰੁਪਇਆ ਪੈਨਸ਼ਨ ਦੇਂਗੇ। 7 ਮਹੀਨੇ ਬੀਤ ਗਏ, ਅੱਜ ਤੱਕ ਪੈਨਸ਼ਨ ਨਹੀਂ ਦਿੱਤੀ। ਔਰ ਮੈਂ ਇਹ ਵੀ ਕਹਿ ਦੇਣਾ ਚਾਹੁੰਦਾ, ਜੇ ਕਿਤੇ ਪੈਨਸ਼ਨ, ਪਹਿਲੀ ਗੱਲ ਤਾਂ ਇਹਨਾਂ ਦੇ ਕੋਲ ਫੰਡਸ ਹੈ ਨਹੀਂ, ਪਹਿਲੀ ਗੱਲ ਤਾਂ ਇਹਨਾਂ ਦਾ ਲਾਗੂ ਹੀ ਨਹੀਂ ਹੋਣਾ, ਪਰ ਜੇ ਕਿਤੇ ਲੰਗੜਾ ਲੂਲਾ ਹੀ ਨਹੀਂ ਲਾਗੂ ਕਰਨ ਦਾ ਯਤਨ ਕੀਤਾ ਤਾਂ ਉਹਦੇ ਵਿੱਚ ਵੀ 25 ਸ਼ਰਤਾਂ ਲਾਉਣਗੇ ਵੀ ਇਹਨਾਂ ਮਹਿਲਾਵਾਂ ਨੂੰ ਨਹੀਂ ਮਿਲੂਗਾ। ਇਸੇ ਤਰੀਕੇ ਦਾ ਵਾਅਦਾ ਜਿਹੜਾ ਹੁਣ ਹਿਮਾਚਲ ਦੀ ਔਰ ਗੁਜਰਾਤ ਦੀ ਜਨਤਾ ਦੇ ਨਾਲ ਕਰਦੇ ਪਏ ਹੈ। ਸੋ ਕਿਤੇ ਨਾ ਕਿਤੇ ਅਰਵਿੰਦ ਕੇਜਰੀਵਾਲ ਦਾ ਇੱਕੋ ਹੀ ਨਿਸ਼ਾਨਾ ਹੈ ਵੀ ਮੈਂ ਕਿਸੇ ਤਰੀਕੇ ਜਨਤਾ ਦੀਆਂ ਭਾਵਨਾਵਾਂ ਦੇ ਨਾਲ ਖੇਡ ਕੇ ਮੈਂ ਕਿਸੇ ਤਰੀਕੇ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਪਹੁੰਚਣਾ। ਔਰ ਅਗਲੀ ਗੱਲ ਤੁਹਾਨੂੰ ਕਹਿ ਰਿਹਾ, ਇਹ ਮੈਂ ਕੈਮਰੇ ਤੇ ਗੱਲ ਕਹਿ ਰਿਹਾ, ਆਮ ਆਦਮੀ ਪਾਰਟੀ ਦਾ ਕਾਂਗਰਸ ਦੇ ਨਾਲ ਅੰਦਰੋਂ ਗੁਪਤ ਸਮਝੌਤਾ ਹੈ। ਉਹਨਾਂ ਨੇ ਕਾਂਗਰਸ ਦੇ ਨਾਲ ਉਹਨਾਂ ਹਲਕਿਆਂ ਦੇ ਵਿੱਚ ਵੀਕ ਕੈਂਡੀਡੇਟ ਦਿੱਤੇ, ਬਿਲਕੁਲ ਹੀ ਵੀਕ ਦਿੱਤੇ, ਜਾਂ ਪੈਰਾਸ਼ੂਟ ਵਾਲੇ ਕੈਂਡੀਡੇਟ ਦਿੱਤੇ ਜਿੱਥੇ ਉਹਨਾਂ ਨੇ ਇਨਡਾਇਰੈਕਟਲੀ ਕਾਂਗਰਸ ਦੀ ਮਦਦ ਕਰਨੀ ਸੀਗੀ। ਸੋ ਇਹ ਕੇਜਰੀਵਾਲ ਦਾ ਜੇ ਮੈਂ ਅੱਜ ਕਹਾਂ ਵੀ ਜੋ ਕਹਿੰਦੇ ਆ, ਉਹ ਕਹਿੰਦੇ ਸੀ ਮੈਂ ਕਾਂਗਰਸ ਦੇ ਨਾਲ ਕਦੇ ਸਰਕਾਰ ਨਹੀਂ ਬਣਾਊਂਗਾ, ਨਾ ਸਮਰਥਨ ਲੂੰਗਾ ਨਾ ਸਮਰਥਨ ਦੂੰਗਾ, ਲੇਕਿਨ ਕਾਂਗਰਸ ਦੇ ਨਾਲ ਸਰਕਾਰ ਬਣਾਈ। ਫਿਰ ਹੁਣ ਪੰਜਾਬ ਦੇ ਵਿੱਚ ਮੈਂ ਇਹਨਾਂ ਦੇ ਕਿੰਨੀਆਂ ਕੁ ਗੱਲਾਂ ਤੁਹਾਨੂੰ ਕਹਾਂ। ਅੱਜ ਫੌਜਾ ਸਿੰਘ ਸਰਾਰੀ, ਜੇ ਮੈਂ ਪੁੱਛਾਂ ਭਗਵੰਤ ਮਾਨ ਜਾਂ ਕੇਜਰੀਵਾਲ ਹੁਣ ਤੇਰੀ ਕਿੱਥੇ ਅੜੀ ਹੈ ਗਰਾਰੀ, ਅੱਜ ਤੁਸੀਂ ਡੇਢ ਮਹੀਨਾ ਨੋਟਿਸ ਦਿੱਤਿਆਂ ਨੇ ਹੋ ਗਏ, ਕਾਰਵਾਈ ਕਿਉਂ ਨਹੀਂ ਕੀਤੀ ਉਹਨਾਂ ਤੇ? ਤੁਸੀਂ ਡਾਕਟਰ ਸਿੰਗਲਾ ਨੂੰ, ਕਿਉਂਕਿ ਸੰਗਰੂਰ ਦੀ ਇਲੈਕਸ਼ਨ ਸੀ, ਤੁਸੀਂ ਕੀਤਾ। ਮੈਂ ਤਾਂ ਸਵਾਲ ਚੱਕੇ ਆ ਪਾਰਟੀ 'ਚ, ਮੈਂ ਅੱਜ ਨਹੀਂ, ਮੈਂ ਪਾਰਟੀ 'ਚ ਪਹਿਲਾਂ ਸਵਾਲ ਚੱਕੇ ਆ ਕਿ ਸਥਿਤੀ ਸਪਸ਼ਟ ਕਰੋ ਡਾਕਟਰ ਸਿੰਗਲਾ ਦੀ, ਜਾਂ ਭਗਵੰਤ ਮਾਨ ਝੂਠਾ ਹੈ ਤੇ ਜਾਂ ਅਰਵਿੰਦ ਕੇਜਰੀਵਾਲ ਝੂਠਾ ਹੈ ਤੇ ਜਾਂ ਫਿਰ ਡਾਕਟਰ ਸਿੰਗਲਾ ਝੂਠਾ ਹੈ। ਉਹ ਅੱਜ ਵੀ ਕਹਿੰਦਾ ਮੈਂ ਪਾਰਟੀ ਦਾ ਵਫਾਦਾਰ ਸਿਪਾਹੀ ਹਾਂ, ਤੇ ਕਿੱਥੇ ਹੈ ਉਹ ਭ੍ਰਸ਼ਟਾਚਾਰ ਦੀ ਆਡੀਓ, ਕਿੱਥੇ ਹੈ? ਮੈਂ ਪੁੱਛਣਾ ਚਾਹੁੰਦਾ। ਸਰ, ਆਮ ਆਦਮੀ ਪਾਰਟੀ ਨੇ ਵੱਲੋਂ ਤੁਹਾਨੂੰ ਸਹਿ ਪ੍ਰਭਾਰੀ ਵੀ ਲਗਾਇਆ ਗਿਆ ਸੀਗਾ, ਤਾਂ ਉਦੋਂ ਵੀ ਤੁਸੀਂ ਆਮ ਆਦਮੀ ਪਾਰਟੀ ਦੇ ਬੜੇ ਸੋਹਲੇ ਗਾਏ ਸੀਗੇ, ਤਾਂ ਹੁਣ ਦੇਖਿਆ ਗਿਆ ਕਿ ਹੁਣ ਜਦੋਂ ਬੀਜੇਪੀ ਜੁਆਇਨ ਕੀਤੀ ਤਾਂ ਹੁਣ ਬੀਜੇਪੀ ਨੂੰ ਤੁਸੀਂ ਜ਼ਿਆਦਾ ਪਹਿਲ ਦਿੱਤੀ ਜਾ ਰਹੀ ਹੈ। ਮੈਂ ਜਦੋਂ ਆਮ ਆਦਮੀ ਪਾਰਟੀ ਦਾ ਸਹਿ ਪ੍ਰਭਾਰੀ ਹਿਮਾਚਲ 'ਚ ਲੱਗਿਆ, ਔਰ ਸ਼ਿਮਲਾ ਲੋਕ ਸਭਾ ਦਾ ਮੈਂ ਇੰਚਾਰਜ ਸੀ, ਕਿਉਂਕਿ ਹਿਮਾਚਲ ਦੀ ਜੋਗ੍ਰਾਫੀਕਲ ਸਥਿਤੀ ਇੱਦਾਂ ਦੀ ਸੀਗੀ ਕਿ ਕੰਮ ਨੂੰ ਵੰਡਿਆ ਗਿਆ। ਔਰ ਪਹਿਲਾ ਮੈਂ ਕਾਰਜਕਰਤਾ ਹੋਊਂਗਾ ਐਸਾ ਜਿਹਨੇ ਆਪਣੀਆਂ 17 ਦੀਆਂ 17 ਵਿਧਾਨ ਸਭਾ ਤੇ ਜ਼ਮੀਨ ਤੇ ਉਤਰ ਕੇ ਕੰਮ ਕੀਤਾ ਸੀ, ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਸੀ, ਔਰ ਬਹੁਤ ਸਾਰੇ ਸੁਜੈਸ਼ਨ ਦਿੱਤੇ ਸੀਗੇ ਕਿ ਅਗਰ ਸੰਗਠਨ ਨੂੰ ਖੜਾ ਕਰਨਾ ਹੈ, ਅਗਰ ਹਿਮਾਚਲ 'ਚ ਚੋਣ ਲੜਨੀ ਹੈ, ਮੈਂ ਝੂਠ ਨਹੀਂ ਕਹਿ ਰਿਹਾ, ਮੈਂ ਕਿਹਾ ਸੀ ਕਿ ਪਾਰਟੀ ਜੋ, ਕਿਉਂਕਿ ਸਾਨੂੰ ਤਾਂ ਲੱਗਦਾ ਸੀ ਕਿ ਕਥਨੀ ਔਰ ਕਰਨੀ ਇੱਕ ਹੋਊਗੀ, ਲੇਕਿਨ ਜਦੋਂ ਦੇਖਿਆ ਕਥਨੀ ਔਰ ਕਰਨੀ ਦੇ ਵਿੱਚ ਤਾਂ ਫਰਕ ਹੀ ਬਹੁਤ ਹੈ। ਇਸ ਤਰੀਕੇ ਦੇ ਮੁੱਦੇ ਜਿਹੜੇ ਆ, ਜਿਹੜੇ ਲੋਕ ਕੈਪੈਸਿਟੀ ਵਾਲੇ ਲੋਕ ਸੀਗੇ, ਜਿਹੜੇ ਲੋਕ ਲੋਕਾਂ ਦੇ ਵਿੱਚ ਆਪਣੀ ਕੋਈ ਜਗ੍ਹਾ ਰੱਖਦੇ ਸੀਗੇ, ਉਹਨਾਂ ਲੋਕਾਂ ਨੂੰ ਤਾਂ ਕਹਿ ਦਿੱਤਾ ਗਿਆ ਕਿ ਅਗਰ ਇਹ ਲੋਕਾਂ ਨੂੰ ਆਪਾਂ ਟਿਕਟਾਂ ਦੇ ਕੇ ਲੜਾਵਾਂਗੇ, ਇਹ ਤਾਂ ਕੱਲ੍ਹ ਨੂੰ ਗੁੱਟਬਾਜੀ ਬਣਾ ਲੈਣਗੇ, ਮੁੱਖ ਮੰਤਰੀ ਦੀ ਡਿਮਾਂਡ ਕਰਨਗੇ। ਸਾਨੂੰ ਤਾਂ ਬੰਦਾ ਉਹ ਚਾਹੀਦਾ ਜਿਹੜਾ ਜੇਬ ਚੋਂ ਲਿਫਾਫੇ ਚੋਂ ਨਿਕਲਣ ਵਾਲਾ ਬੰਦਾ ਚਾਹੀਦਾ। ਜਿਸ ਤਰੀਕੇ ਦੀ ਉਹਨਾਂ ਦੀਆਂ ਜਦੋਂ ਗੱਲਾਂ ਪਤਾ ਲੱਗੀਆਂ ਤਾਂ ਮੈਂ ਸੋਲੇ ਨਹੀਂ ਗਾ ਰਿਹਾ, ਮੈਂ ਇਸੇ ਸਿਸਟਮ ਦੀ ਗੱਲ ਕਰ ਰਿਹਾ ਕਿ ਇਸੇ ਸਿਸਟਮ ਨੂੰ ਦੇਖ ਕੇ ਮੈਂ ਪਾਰਟੀ ਛੱਡੀ ਹੈ ਵੀ ਤੁਹਾਡੀ ਕਥਨੀ ਔਰ ਕਰਨੀ ਦੇ ਵਿੱਚ ਬੜਾ ਫਰਕ ਹੈ। ਕੇਵਲ ਤੁਸੀਂ ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ਨੂੰ ਹਥਿਆਉਣ ਦਾ ਯਤਨ ਕਰਦੇ ਪਏ ਹੋ। ਸੋ ਮੈਂ ਅੱਜ ਭਾਰਤੀ ਜਨਤਾ ਪਾਰਟੀ ਦੇ ਬਾਰੇ ਪਹਿਲਾਂ ਮੈਂ ਇਹ ਕਦੇ ਵੀ ਨਹੀਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਉੱਤੇ ਮੈਂ ਕੋਈ ਐਲੀਗੇਸ਼ਨ ਲਗਾਏ ਹੋਣ। ਠੀਕ ਹੈ, ਕਿਸਾਨ ਅੰਦੋਲਨ ਦੀ ਗੱਲ ਸੀਗੀ, ਅਸੀਂ ਵੀ ਕਿਸਾਨ ਦੇ ਪੁੱਤ ਹੈ, ਔਰ ਅੱਜ ਵੀ ਅਗਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਹੈਗੇ ਆ ਤੇ ਅੱਜ ਕਿਸਾਨਾਂ ਦੇ ਨਾਲ, ਕਿਸਾਨਾਂ ਦੇ ਹਿੱਤਾਂ ਦੇ ਵਿੱਚ ਜਿੱਥੇ ਵੀ ਬੋਲਣ ਦੀ ਲੋੜ ਪਊਗੀ ਉੱਥੇ ਪਾਰਟੀ ਦੇ ਵਿੱਚ ਰਹਿ ਕੇ ਪਹਿਲੇ ਵੀ ਗੱਲ ਕਰਦੇ ਸੀਗੇ, ਔਰ ਗਾਂ ਵੀ ਕਰਾਂਗੇ। ਕਿਸਾਨਾਂ ਦੇ ਜਿਹੜੇ ਮੁੱਦੇ ਆ ਉਹਨਾਂ ਨੂੰ ਮੋਦੀ ਜੀ ਪਹਿਲ ਦੇ ਆਧਾਰ ਤੇ, ਠੀਕ ਹੈ, ਕਈ ਵਾਰ ਰਾਜਨੀਤਿਕ ਜਿਹੜੇ ਲੋਕ ਹੁੰਦੇ ਆ ਉਹ ਜਿਹੜੀਆਂ ਇਸ਼ੂਜ਼ ਹੁੰਦੇ ਆ ਉਹਨਾਂ ਨੂੰ ਹਾਈਜੈਕ ਕਰ ਲੈਂਦੇ ਆ, ਔਰ ਜਿਸ ਤਰੀਕੇ ਦਾ ਅੰਦੋਲਨ ਦੇ ਵਿੱਚ ਵੀ ਦੇਖਿਆ। ਜੇ ਮੈਂ ਅੱਜ ਇਹ ਵੀ ਕਹਿ ਦਵਾਂ ਤੁਹਾਡੇ ਸਵਾਲ ਦੇ ਨਾਲ ਕਿ ਕਿਸਾਨਾਂ ਨੇ ਤਾਂ ਫਿਰ ਕਿਤੇ ਜਦੋਂ
ਕਣਕ ਦੀ ਵਾਰੀ ਆਈ, ਝੋਨੇ ਦੀ ਵਾਰੀ ਆਈ ਤੇ ਅਡਾਨੀ ਅੰਬਾਨੀਆਂ ਦੇ ਜਾ ਕੇ ਲਾਈਨਾਂ ਲਾ ਕੇ ਉਹਨਾਂ ਕਿਸਾਨਾਂ ਨੇ ਮਾਲ ਵੇਚਿਆ, ਔਰ ਕਿਸਾਨਾਂ ਨੂੰ ਮੈਂ ਕਹਿੰਦੇ ਵੀ ਸੁਣਿਆ ਵੀ ਸਾਨੂੰ ਯਾਰ ਇੱਥੇ ਫੈਸਿਲਿਟੀ ਮਿਲ ਰਹੀ ਹੈ। ਸੋ ਇਹ ਬਹੁਤ ਕੁਝ ਹਾਈਜੈਕ ਕੀਤਾ ਗਿਆ ਸੀਗਾ। ਜਿੱਥੋਂ ਤੱਕ ਮੈਂ ਕਿਸਾਨ ਅੰਦੋਲਨ ਦੀ ਵੀ ਗੱਲ ਕਰਾਂ, ਸੋ ਦੇਸ਼ ਦੇ ਪ੍ਰਧਾਨ ਮੰਤਰੀ ਦੇ ਬਾਰੇ ਮੈਂ ਇੱਕੋ ਗੱਲ ਕਹਿਣੀ ਚਾਹੁੰਦਾ ਕਿ ਉਹ ਇਸ ਦੇਸ਼ ਦੇ ਵਿਕਾਸ ਵਾਸਤੇ ਔਰ ਵਿਸ਼ੇਸ਼ ਤੌਰ ਤੇ ਪੰਜਾਬ ਵਾਸਤੇ ਜੋ ਉਹਨਾਂ ਦਾ ਵਿਜ਼ਨ ਹੈਗਾ, ਵੈਸੇ ਤਾਂ ਪੂਰੇ ਦੇਸ਼ ਵਾਸਤੇ ਹੈ ਲੇਕਿਨ ਪੰਜਾਬ ਵਾਸਤੇ ਉਹਨਾਂ ਦੇ ਮਨ ਦੇ ਵਿੱਚ ਇੱਕ ਖਾਸ ਜਗ੍ਹਾ ਹੈ। ਸਰ ਦੇਖਿਆ ਗਿਆ ਜਿੱਦਾਂ ਹੁਣ ਬੀਜੇਪੀ ਛੱਡ ਕੇ ਸੌਰੀ ਬਾਕੀ ਪਾਰਟੀਆਂ ਛੱਡ ਕੇ ਲੋਕੀ ਲੀਡਰਾਂ ਵੱਲੋਂ ਬੀਜੇਪੀ ਜੁਆਇਨ ਕੀਤੀ ਜਾ ਰਹੀ ਹੈ, ਇਸ ਦਾ ਤੁਸੀਂ ਕੀ ਕਾਰਨ ਮੰਨਦੇ ਹੋ? ਵੀ ਈਡੀ ਜਾਂ ਫਿਰ ਉਹਨੂੰ ਲੈ ਕੇ ਤਾਂ ਨਹੀਂ ਕਿਤੇ? ਦੇਖੋ ਈਡੀ ਦਾ ਤਾਂ ਕਿਹਾ ਜਾਂਦਾ ਨਾ ਵੀ ਈਡੀ ਦੇ ਜਿਹੜੀ ਦਿਖਾ ਕੇ ਪਰਚਾ ਦਿਖਾ, ਈਡੀ ਦੀ ਜਿਹੜੀ ਰੇਡ ਦਿਖਾ ਕੇ ਤੋਂ ਜੁਆਇਨ ਕਰਾਈ ਜਾ ਰਹੀ ਹੋਵੇ। ਜੇ ਹੁਣ ਕੋਈ ਮੈਨੂੰ ਕੱਲ ਨੂੰ ਕਹੇਗਾ ਵੀ ਈਡੀ, ਮੇਰੇ ਕੋਲ ਤਾਂ ਨਾ ਈਡੀ ਜੋਗਾ ਕੁਝ ਹੈਗਾ, ਈਡੀ ਦੇ ਫਰੋਲਣ ਵਾਲਾ ਵੀ ਮੇਰੇ ਕੋਲ ਤਾਂ ਸਮਾਨ ਨਹੀਂ, ਮੈਂ ਤਾਂ ਇੱਕ ਸਧਾਰਨ ਪਰਿਵਾਰ ਦੇ ਵਿੱਚੋਂ ਉੱਠਿਆ ਹੋਇਆ ਵਿਅਕਤੀ ਹਾਂ। ਓਪੋਜੀਸ਼ਨ ਵੱਲੋਂ ਓਪੋਜੀਸ਼ਨ ਦੇ ਕੋਲ ਜਦੋਂ ਕੁਝ ਨਹੀਂ ਹੁੰਦਾ ਕਹਿਣ ਨੂੰ, ਉਹਨਾਂ ਦੇ ਕੋਲ ਇੱਕੋ ਗੱਲ ਹੁੰਦੀ ਹੈ ਈਡੀ। ਔਰ ਜੇ ਮੈਂ ਅੱਜ ਆਮ ਆਦਮੀ ਪਾਰਟੀ ਨੂੰ ਸਵਾਲ ਕਰਾਂ ਵੀ ਤੁਹਾਡੇ ਕੋਲ, ਉਹਨਾਂ ਕੋਲ ਜੇ ਤੁਸੀਂ ਸੈਂਟਰ ਦੀ ਈਡੀ ਦੀ ਗੱਲ ਕਰਦੇ ਹੋ, ਸੀਬੀਆਈ ਦੀ ਗੱਲ ਕਰਦੇ ਹੋ, ਤੇ ਤੁਹਾਡੇ ਕੋਲ ਵੀ ਵਿਜੀਲੈਂਸ ਹੈ। ਤੁਸੀਂ ਹੁਣ ਵਿਜੀਲੈਂਸ ਦੇ ਦਿਖਾਵੇ, ਪੁਲਿਸ ਪ੍ਰਸ਼ਾਸਨ ਦਾ ਡਰਾਵਾ ਕਿਤੇ ਨਾ ਕਿਤੇ ਦਿਖਾ ਕੇ ਤੁਸੀਂ ਆਪ ਉਹ ਕੰਮ ਕਰਦੇ ਪਏ ਹੋ, ਔਰ ਉਸੇ ਤਰੀਕੇ ਦੀ ਭਾਵਨਾ ਤੁਹਾਡੀ ਹੈ, ਤੁਸੀਂ ਐਲੀਗੇਸ਼ਨ ਦੂਜਿਆਂ ਤੇ ਮਰਦੇ ਪਏ ਹੋ। ਮੈਂ ਬੜੀ ਸਪਸ਼ਟ ਗੱਲ ਕਰਨੀ ਚਾਹੁੰਦਾ, ਕੋਈ ਈਡੀ ਦੇ ਦਬਾਅ ਦੇ ਵਿੱਚ ਕਿਸੇ ਪਾਰਟੀ ਨੂੰ ਜੁਆਇਨ ਨਹੀਂ ਕਰਦਾ। ਹੋਣਗੇ ਕੁਝ ਚੰਦ ਲੋਕ ਇਦਾਂ ਦੇ ਲੋਕ ਜਿਹੜੇ ਆ, ਉਹਨਾਂ ਦੀ ਗਿਣਤੀ ਜਿਹੜੀ ਹੈ ਸ਼ਾਇਦ ਡਬਲ ਫਿਗਰ ਦੇ ਵਿੱਚ ਵੀ ਨਾ ਹੋਵੇ, ਜਿਹੜੇ ਕਿਤੇ ਈਡੀ ਤੋਂ ਡਰਦੇ ਹੋਣਗੇ। ਅੱਜ ਜਿਹੜੇ ਵੀ ਲੋਕ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕਰਦੇ ਆ, ਉਹ ਸਿਰਫ ਇਸ ਕਰਕੇ ਕਰਦੇ ਆ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਕੋਲ ਨਾ ਤਾਂ ਵਿਜ਼ਨ ਹੈ, ਨਾ ਉਹਨਾਂ ਦੇ ਕੋਲ ਕਾਰਜਯੋਗਤਾ ਹੈ ਸੀ, ਨਾ ਉਹਨਾਂ ਦੇ ਕੋਲ ਕੋਈ ਏਜੰਡਾ ਹੈ। ਉਹ ਪਾਰਟੀਆਂ ਕੇਵਲ ਲੋਕਾਂ ਨੂੰ ਗੁੰਮਰਾਹ ਕਰਦੀਆਂ ਪਈਆਂ। ਅੱਜ ਅਗਰ ਕਿਤੇ ਲੋਕਾਂ ਨੂੰ ਲੱਗ ਰਿਹਾ ਕਿ ਇਸ ਦੇਸ਼ ਦੀ ਜਿਹੜੀ ਬਾਗਡੋਰ ਨਰਿੰਦਰ ਮੋਦੀ ਦੇ ਕੋਲ ਹੈ, ਅਸੀਂ ਉਸ ਪਾਰਟੀ ਨੂੰ ਜੁਆਇਨ ਕਰੀਏ ਜਿਹੜੀ ਪਾਰਟੀ ਲੋਕਾਂ ਦੇ ਵਾਸਤੇ ਕੁਝ ਕਰਦੀ ਹੋਵੇ, ਲੋਕਾਂ ਦੇ ਵਾਸਤੇ ਕੁਝ ਕਰ ਸਕਦੀ ਹੋਵੇ। ਅਸਲ ਕਾਰਨ ਇਹਦੇ ਪਿੱਛੇ ਇਹ ਹੈ, ਅੱਜ ਤੁਹਾਡਾ ਇੰਟਰਵਿਊ ਦੇਖ ਕੇ ਵੀ ਕਈ ਫੇਸਬੁੱਕ ਭਗਤ ਬਹੁਤ ਕੁਝ ਬੋਲਣਗੇ, ਪਰ ਮੈਨੂੰ ਇਸ ਚੀਜ਼ ਦੀ ਕੋਈ ਪਰਵਾਹ ਨਹੀਂ ਹੈ। ਠੀਕ ਹੈ, ਕਈ ਵਾਰ ਪਰਿਵਾਰਾਂ ਦੇ ਵਿੱਚ ਮਤਭੇਦ ਹੋ ਜਾਂਦੇ ਆ, ਲੇਕਿਨ ਮੈਂ ਇਹ ਚਾਹੁੰਦਾ ਕਿ ਦੇਸ਼ ਦਾ ਵਿਕਾਸ ਹੋਣਾ ਚਾਹੀਦਾ, ਪੰਜਾਬ ਦਾ ਵਿਕਾਸ ਹੋਣਾ ਚਾਹੀਦਾ, ਸਾਰੇ ਸੂਬਿਆਂ ਦਾ ਵਿਕਾਸ ਹੋਣਾ ਚਾਹੀਦਾ, ਤਾਂ ਹੀ ਉਹ ਸਾਡਾ ਦੇਸ਼ ਜਿਹੜਾ ਉਹ ਤਰੱਕੀ ਕਰ ਸਕਦਾ। ਤੁਸੀਂ ਦੱਸਿਆ ਵੀ ਹਿਮਾਚਲ ਦੇ ਇਲੈਕਸ਼ਨ ਬੀਜੇਪੀ ਫਿਰ ਦੁਬਾਰਾ ਰਿਪੀਟ ਕਰੇਗੀ। ਹੁਣ ਦੇਖਿਆ ਗਿਆ ਜਿੱਦਾਂ ਹੁਣ ਪੰਜਾਬ ਦਾ ਵੀ ਜਿਹੜਾ ਨਰਿੰਦਰ ਮੋਦੀ ਵੱਲੋਂ ਬਾਰ-ਬਾਰ ਰੁਕ ਕੀਤਾ ਜਾ ਰਿਹਾ, 5 ਤਰੀਕ ਨੂੰ ਮੋਦੀ ਸਾਹਿਬ ਆ ਰਹੇ ਨੇ ਪੰਜਾਬ ਵਿੱਚ, ਕਿਸ ਹਿਸਾਬ ਨਾਲ ਤੁਸੀਂ ਦੇਖਦੇ ਹੋ? ਮੈਂ ਤੁਹਾਨੂੰ ਇੱਕੋ ਗੱਲ ਕਹੀ ਕਿ ਪੰਜਾਬ ਦੇ ਪ੍ਰਤੀ, ਅਗਲਾ ਟਾਰਗੇਟ ਪੰਜਾਬ ਦੇ ਪ੍ਰਤੀ ਨਰਿੰਦਰ ਮੋਦੀ ਜੀ ਦੇ ਦਿਲ ਦੇ ਵਿੱਚ ਇੱਕ ਵਿਸ਼ੇਸ਼ ਸਥਾਨ ਹੈ। ਉਹ ਕਿਉਂ ਹੈ? ਉਹ ਇਸ ਕਰਕੇ ਨਹੀਂ ਹੈ ਕਿ ਉਹ ਸਾਡੇ ਲੋਕਾਂ ਨੂੰ ਮਤਲਬ ਕਿਸੇ ਭਰਮ 'ਚ ਪਾਉਣਾ ਚਾਹੁੰਦੇ ਆ ਜਾਂ ਸੱਤਾ ਦੀ ਗੱਲ ਹੈਗੀ। ਉਹ ਇਸ ਕਰਕੇ ਹੈ ਕਿ ਪੰਜਾਬ ਦੇ ਲੋਕਾਂ ਨੇ ਦੇਸ਼ ਵਾਸਤੇ ਕੁਰਬਾਨੀਆਂ ਕੀਤੀਆਂ ਸੀ। ਪੰਜਾਬ ਦੇ ਲੋਕ ਮਾਰਸ਼ਲ ਲੋਕ ਹੈ। ਪੰਜਾਬ ਦੇ ਲੋਕਾਂ ਨੇ ਲੜਾਈਆਂ ਲੜੀਆਂ, ਔਰ ਪੰਜਾਬ ਜਿੰਨੀ ਦੇਰ ਮਜ਼ਬੂਤ ਨਹੀਂ ਹੋਏਗਾ ਉਨੀ ਦੇਰ ਸਾਡਾ ਦੇਸ਼ ਮਜ਼ਬੂਤ ਨਹੀਂ ਹੋਏਗਾ। ਕਿਉਂਕਿ ਪੰਜਾਬ ਦੀ, ਜੇ ਆਪਾਂ ਅਨਾਜ ਦੀ ਗੱਲ ਕਰੀਏ ਤੇ ਪੰਜਾਬ ਨੇ ਪੂਰੇ ਦੇਸ਼ ਨੂੰ ਅਨਾਜ ਦਿੱਤਾ ਹੈ। ਜੇ ਮੈਂ ਸੁਰੱਖਿਆ ਦੀ ਗੱਲ ਕਰਾਂ ਤੇ ਅੱਜ ਜਿਹੜੇ ਪੰਜਾਬ ਦੀਆਂ ਰੈਜੀਮੈਂਟਾਂ ਹੈਗੀਆਂ, ਸਾਡੀਆਂ ਸਿੱਖ ਰੈਜੀਮੈਂਟਾਂ ਹੈਗੀਆਂ, ਉਹਨਾਂ ਨੂੰ ਉਸ ਜਗ੍ਹਾ ਤੇ ਡਿਪਿਊਟ ਕੀਤਾ ਜਾਂਦਾ ਹੈ ਜਿੱਥੇ ਦੇਸ਼ ਨੂੰ ਸਭ ਤੋਂ ਵੱਧ ਖਤਰਾ ਮਹਿਸੂਸ ਹੁੰਦਾ ਹੈ। ਔਰ ਸਾਡੇ ਜੁਝਾਰੂ ਜਿਹੜੇ ਸਿੰਘ ਹੈ ਉਹ ਸ਼ਹੀਦੀਆਂ ਪਾ ਲੈਂਦੇ ਆ, ਲੇਕਿਨ ਦੇਸ਼ ਦੀ ਪਿੱਠ ਨਹੀਂ ਕਿਤੇ ਲੱਗਣ ਦਿੱਤੀ ਉਹਨਾਂ ਨੇ। ਪੋਲੀਟੀਕਲ ਤੋਂ ਹਟ ਕੇ ਕੁਐਸਚਨ ਹੈ, ਇਹ ਬੀਜੇਪੀ ਆਪਣਾ ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਜਗੀਰ ਕੌਰ ਨੂੰ ਕੱਲ ਪਾਰਟੀ ਚੋਂ ਕੱਢ ਦਿੱਤਾ। ਦੇਖੋ, ਮੈਂ ਬੇਸ਼ੱਕ ਧਰਮ ਦੀ ਸਿਆਸਤ ਦੇ ਵਿੱਚ ਮੈਂ ਰਿਹਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਰਿਹਾ, ਕਾਰਜਕਾਰੀ ਪ੍ਰਧਾਨ ਰਿਹਾ, ਮੀਤ ਪ੍ਰਧਾਨ ਰਿਹਾ, ਔਰ ਮੈਂ ਅੱਜ ਇਸ ਫੀਲਡ ਦੇ ਵਿੱਚ ਕੋਈ ਆਪਣੀ ਟਿੱਪਣੀ ਨਹੀਂ ਕਰਨੀ ਚਾਹੁੰਦਾ, ਕਿਉਂਕਿ ਜਿੱਥੋਂ ਤੱਕ ਧਰਮ ਦਾ ਮਾਮਲਾ ਹੈ ਉਹਦੇ ਵਿੱਚ ਨਾ ਤਾਂ ਭਾਰਤੀ ਜਨਤਾ ਪਾਰਟੀ, ਔਰ ਮੈਂ ਕਿਸੇ ਵੀ ਪਾਰਟੀ ਦੀ ਅਗਰ ਗੱਲ ਕਰਾਂ ਤਾਂ ਪਾਰਟੀਆਂ ਸਿੱਧੇ ਤੌਰ ਤੇ ਕੋਈ ਉਹਨਾਂ ਦਾ ਦਖਲ ਨਹੀਂ ਹੁੰਦਾ, ਸਿੱਧੇ ਤੌਰ ਤੇ ਵੀ ਨਹੀਂ ਹੁੰਦਾ, ਲੇਕਿਨ ਹਾਂ ਕੁਝ ਲੋਕ ਜੁੜੇ ਹੁੰਦੇ ਆ ਕਿਤੇ ਨਾ ਕਿਤੇ। ਮੈਂ ਇਹ ਜ਼ਰੂਰ ਚਾਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹਦੀ ਜਿਹੜੀ ਸੁਤੰਤਰ ਹੋਂਦ ਹੈ, ਉਹ ਹੋਂਦ ਉਹਦੀ ਜ਼ਰੂਰ ਬਰਕਰਾਰ ਰਹਿਣੀ ਚਾਹੀਦੀ ਹੈ। ਔਰ ਧਾਰਮਿਕ ਅਦਾਰੇ ਜਿਹੜੇ ਸਾਡੇ ਹੈਗੇ ਆ, ਤੁਸੀਂ ਸਵਾਲ ਕਰ ਦਿੱਤਾ ਤਾਂ ਮੈਂ ਹੁਣ ਬੋਲਣ ਤੋਂ ਨਹੀਂ ਰਹਿ ਸਕਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਚਾਹੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਇਹ ਸਾਡੀਆਂ ਦੋਨੋਂ ਕਮੇਟੀਆਂ ਜਿਹੜੀਆਂ ਸਾਡੀ ਕੌਮ ਦੀਆਂ ਸਰਮੋਰ ਸੰਸਥਾਵਾਂ ਹੈਗੀਆਂ। ਇਹਨਾਂ ਸੰਸਥਾਵਾਂ ਨੂੰ ਜਿੱਥੇ ਸਾਨੂੰ ਜੋ ਗੁਰੂ ਸਾਹਿਬ ਦਾ ਫਲਸਫਾ ਹੈ, ਮਾਨਸ ਕੀ ਜਾਤ ਸਭ ਏਕ ਹੀ ਪਹਿਚਾਨਵੋ,
ਅਸੀਂ ਹਰੇਕ ਜਗ੍ਹਾ ਸੇਵਾ ਵਾਸਤੇ ਖੜੇ ਹੁੰਨੇ ਆ, ਚਾਹੇ ਕੋਵਿਡ ਦੀ ਗੱਲ ਕਰ ਲਓ, ਚਾਹੇ ਕਿਸੇ ਪ੍ਰਾਕ੍ਰਿਤਕ ਆਪਦਾ ਦੀ ਗੱਲ ਕਰ ਲਓ। ਸਿੱਖ ਸਾਰਿਆਂ ਤੋਂ ਮੋਹਰਲੀ ਜਮਾਤ ਹੈ ਜਿਹੜੀ ਜਾ ਕੇ ਸੇਵਾ ਭਾਵਨਾ 'ਚ ਲੱਗਦੀ ਹੈ। ਸੋ ਮੈਂ ਸਮਝਦਾ ਕਿ ਉਹਨਾਂ ਨੂੰ ਧਾਰਮਿਕ ਖੇਤਰ ਤੱਕ ਆਪਣੇ ਆਪ ਨੂੰ ਸੀਮਤ ਰੱਖਣਾ ਚਾਹੀਦਾ। ਪੋਲੀਟੀਕਲ ਸਟੇਜਾਂ ਤੋਂ ਧਾਰਮਿਕ ਲੀਡਰ ਨੂੰ ਆਪਣੀ ਥੋੜ੍ਹੀ ਜਿਹੀ ਦੂਰੀ ਰੱਖਣੀ ਚਾਹੁੰਦੀ ਹੈ। ਇਹ ਮੇਰੀ ਵਿਅਕਤੀਗਤ ਭਾਵਨਾ ਔਰ ਮੈਂ ਆਪ ਇਸ ਤੇ ਪਹਿਰਾ ਦਿੱਤਾ ਵੀ ਹੈ, ਦਿੰਦਾ ਵੀ ਰਹਾਂਗਾ। ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਹਰਿਆਣਾ ਦੀ ਜਿਹੜੀ ਸਰਕਾਰ ਹੈ ਉਹਨਾਂ ਤੇ ਇਲਜ਼ਾਮ ਲਗਾਇਆ ਕਿ ਜਿਹੜੀ ਹਰਿਆਣਾ ਦੀ ਇੰਟਰਫੇਅਰ ਕਰਕੇ ਹੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਲੱਗ ਹੋਈ। ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂ ਗੱਲ ਤੁਹਾਨੂੰ ਕਹੀ ਕਿ ਇੱਕ ਆਮ ਸਿੱਖ ਦੀ ਭਾਵਨਾ ਹੈ ਕਿ ਉਹਦੀ ਜਿਹੜੀ ਹੈ ਉਹਦਾ ਮਿਸਯੂਜ਼ ਨਾ ਹੋਵੇ, ਗੋਲਕ ਦਾ ਜਿਹੜਾ ਫੰਡ ਹੈ ਪੈਸਾ ਹੈ ਉਹਦੀ ਦੁਰਵਰਤੋਂ ਨਾ ਹੋਵੇ, ਉਹ ਪੈਸਾ ਧਾਰਮਿਕ ਕਾਰਜਾਂ 'ਚ ਲੱਗੇ, ਸਿੱਖ ਕੌਮ ਦੇ ਬੱਚਿਆਂ ਦੇ ਉੱਤੇ ਖਰਚ ਕੀਤਾ ਜਾਵੇ, ਉਹਨਾਂ ਦੀ ਐਜੂਕੇਸ਼ਨ ਤੇ, ਹਸਪੀਟਲ ਦੇ ਉੱਤੇ, ਜੋ ਸਾਨੂੰ ਗੁਰੂ ਸਾਹਿਬ ਦਾ ਫਲਸਫਾ ਹੈ। ਮੈਂ ਕੇਵਲ ਇੰਨਾ ਹੀ ਕਹਿਣਾ ਚਾਹੁੰਦਾ, ਅਕਾਲੀ ਦਲ ਜਾਂ ਸ਼੍ਰੋਮਣੀ ਕਮੇਟੀ ਜਾਂ ਹੋਰ ਰਾਜਨੀਤਿਕ ਪਾਰਟੀਆਂ ਦੇ ਆਪਸੀ ਕੀ ਸੰਬੰਧ ਹੈ ਇਹਦੇ ਤੇ ਮੈਂ ਕੋਈ ਟਿੱਪਣੀ ਆਪਣੀ ਨਹੀਂ ਕਰਨੀ ਚਾਹੁੰਦਾ। ਸੋ ਇਹ ਸਨ ਕੁਲਵੰਤ ਸਿੰਘ ਬਾਠ ਜਿਨ੍ਹਾਂ ਨੇ ਜਿਹੜੇ ਵੀ ਸਵਾਲ ਕੀਤੇ ਸਨ ਉਹਨਾਂ ਨੇ ਬਹੁਤ ਵਧੀਆ ਢੰਗ ਨਾਲ ਜਵਾਬ ਦਿੱਤਾ ਤੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਜਿਵੇਂ ਹਿਮਾਚਲ ਦੇ ਵਿੱਚ ਬੀਜੇਪੀ ਰਿਪੀਟ ਕਰੇਗੀ ਉਸੇ ਹੀ ਢੰਗ ਨਾਲ ਪੰਜਾਬ ਦੀ ਜਨਤਾ ਨੂੰ ਵੀ ਇਹਨਾਂ ਨੇ ਕਿਹਾ ਕਿ ਦੇਸ਼ ਭਾਵਨਾ ਤੇ ਜਿੰਦਾ ਦਿਲ ਇਨਸਾਨ ਹੈ, ਉਸੇ ਨੂੰ ਦੇਖਦਿਆਂ ਹੋਇਆ ਨਰਿੰਦਰ ਮੋਦੀ ਜਿਹੜੇ ਹੈ 5 ਤਰੀਕ ਨੂੰ ਪੰਜਾਬ ਦੇ ਵਿੱਚ ਪਹੁੰਚ ਰਹੇ ਨੇ। ਰਾਜਕੁਮਾਰ ਨਿਊਜ਼ 18 ਪੰਜਾਬ, ਨੰਗਲ ਡੈਮ।